ਜੀ ਗੁੱਡ ਮਾਰਨਿੰਗ। ਇਲਾਸਟਿਕ ਕੋਲੀਜ਼ਨ ਇਨ 2 ਡਾਇਮੈਂਸ਼ਨ। ਇਸ ਦੇ ਵਿੱਚ ਤੁਹਾਡੇ ਕੋਲ ਦੋ ਇਲਾਸਟਿਕ ਬੋਡੀਆਂ ਹੈਗੀਆਂ A ਐਂਡ B। A ਦਾ ਮਾਸ m1 ਹੈ ਅਤੇ B ਦਾ ਮਾਸ ਹੈਗਾ m2। ਦੋਨੋਂ ਜਿਹੜੀਆਂ ਬੋਡੀਜ਼ ਆ ਸੇਮ ਸਟੇਟ ਲਾਈਨ ਜਾਂ ਕਹਿ ਲਓ ਐਕਸ ਐਕਸਿਸ ਦੇ ਅਲੋਂਗ ਵਿਦ ਦ ਵੈਲੋਸਿਟੀ u1 ਐਂਡ u2 ਦੇ ਨਾਲ ਮੂਵ ਕਰ ਰਹੀਆਂ। ਠੀਕ ਹੈ, A ਦੀ ਵੈਲੋਸਿਟੀ u1 ਹੈ ਅਤੇ B ਦੀ ਵੈਲੋਸਿਟੀ ਹੈਗੀ u2। ਅਗਰ ਤੁਹਾਡੇ ਕੋਲ A ਬੋਡੀ ਹੈਗੀ ਜਿਹੜੀ ਮੂਵ ਕਰ ਰਹੀ ਹੈ ਵਿਦ ਵੈਲੋਸਿਟੀ ਗ੍ਰੇਟਰ ਦੈਨ ਆਫ B, A ਦੀ ਵੈਲੋਸਿਟੀ V ਦੀ ਵੈਲੋਸਿਟੀ ਦੇ ਨਾਲੋਂ ਗ੍ਰੇਟਰ ਹੈ, ਜਾਂ ਆਪਾਂ ਕਹਿ ਸਕਦੇ ਹਾਂ u1 ਗ੍ਰੇਟਰ ਦੈਨ ਹੈਗਾ u2 ਦੇ ਨਾਲੋਂ। ਕੋਲੀਜ਼ਨ ਤੋਂ ਬਾਅਦ ਹੁਣ ਜਿਹੜੀਆਂ ਦੋਨੋਂ ਬੋਡੀਜ਼ ਹੈ A ਅਤੇ B ਦੋਨੋਂ ਬੋਡੀਜ਼ ਆ ਉਹ ਮੂਵ ਕਰ ਰਹੀਆਂ ਵਿਦ ਵੈਲੋਸਿਟੀ v1 ਐਂਡ v2 ਦੇ ਨਾਲ ਅਲੋਂਗ ਦਾ ਡਾਇਰੈਕਸ਼ਨ ਮੇਕਿੰਗ ਐਂਗਲ ਥੀਟਾ ਐਂਡ ਫਾਈ। ਜਦੋਂ ਆਪਾਂ 2 ਡਾਇਮੈਂਸ਼ਨ ਦੇ ਵਿੱਚ ਗੱਲ ਕੀਤੀ ਹੈ, ਇਹ ਜਿਹੜੀਆਂ ਕੋਲੀਜ਼ਨ ਤੋਂ ਪਹਿਲਾਂ ਆਪਣੇ ਕੋਲੇ ਬੋਡੀਜ਼ ਹੈਗੀਆਂ u1 u2 ਵੈਲੋਸਿਟੀ ਦੇ ਨਾਲ ਸੇਮ ਸਟੇਟ ਲਾਈਨ ਜਾਂ ਐਕਸ ਐਕਸਿਸ ਦੇ ਅਲੋਂਗ ਮੂਵ ਕਰ ਰਹੀਆਂ। ਜਦੋਂ ਦੋਨਾਂ ਦਾ ਕੋਲੀਜ਼ਨ ਹੋਇਆ, ਕੋਲੀਜ਼ਨ ਦੇ ਨਾਲ ਦੋਨੋਂ ਬੋਡੀਜ਼ ਐਕਸ ਐਕਸਿਸ ਨਾਲ ਥੀਟਾ ਐਂਗਲ ਜਾਂ ਫਾਈ ਐਂਗਲ ਦੇ ਨਾਲ ਕੀ ਹੋ ਗਈਆਂ, ਆਪਣੇ ਕੋਲ ਡਾਇਰੈਕਸ਼ਨ ਚੇਂਜ ਕਰ ਗਈ। ਸਪੋਜ਼ ਇਹ ਜਿਹੜੀ ਬੋਡੀ ਹੈਗੀ ਆ ਮਾਸ m1 ਹੈ, v1 ਵੈਲੋਸਿਟੀ ਦਾ ਮੂਵ ਕਰੇਗੀ ਆਫਟਰ ਕੋਲੀਜ਼ਨ, ਥੀਟਾ ਐਂਗਲ ਬਣਾ ਰਿਹਾ ਵਿਦ ਐਕਸ ਐਕਸਿਸ ਦੇ ਨਾਲ। ਸੇਮ ਵੇ ਦੇ ਨਾਲ ਜਿਹੜੀ B ਬੋਡੀ ਹੈਗੀ ਆ ਫਾਈ ਐਂਗਲ ਬਣਾ ਰਹੀ ਹੈ ਐਕਸ ਐਕਸਿਸ ਦੇ ਨਾਲ, ਵੈਲੋਸਿਟੀ ਹੈਗੀ ਹੈ v2। ਹੁਣ ਇਸ ਦੀ ਜਿਹੜੀ ਟੋਟਲ ਸਿਸਟਮ ਦੀ ਕਿਨੈਟਿਕ ਐਨਰਜੀ ਆ ਕਿ ਆਪਣੇ ਕੋਲ ਕੌਨਸਟੈਂਟ ਹੈ। ਠੀਕ ਹੈ, ਹਾਫ ਇਸ ਦੀ ਆ ਜਾਏਗੀ ਇਹ ਵਾਲੀ ਸਾਈਡ ਦੀ ਬਿਫੋਰ ਕੋਲੀਜ਼ਨ ਹਾਫ m1 u1 ਸਕੇਅਰ ਪਲੱਸ ਹਾਫ m2 u2 ਸਕੇਅਰ। ਕੋਲੀਜ਼ਨ ਤੋਂ ਬਾਅਦ ਆ ਜਾਏਗੀ ਹਾਫ m1 v1 ਸਕੇਅਰ ਪਲੱਸ ਹਾਫ m2 v2 ਸਕੇਅਰ। ਇਹ ਵਾਲਾ ਆ ਗਿਆ ਆਪਣੇ ਕੋਲ ਐਨਰਜੀ ਕੀ ਹੈਗੀ ਹੈ, ਕਿਨੈਟਿਕ ਐਨਰਜੀ ਕੌਨਸਟੈਂਟ ਹੈ। ਹੁਣ ਆਪਣੇ ਕੋਲ ਗੱਲ ਕਰਦੇ ਆਪਾਂ ਮੋਮੈਂਟਮ ਦੀ। ਮੋਮੈਂਟਮ ਤੁਹਾਡੇ ਕੋਲ ਵੈਕਟਰ ਕੁਆਂਟਿਟੀ ਹੈ। ਐਕਸ ਐਕਸਿਸ ਦੇ ਅਲੋਂਗ ਅਤੇ ਵਾਈ ਐਕਸਿਸ ਦੇ ਅਲੋਂਗ ਆਪਾਂ ਸੈਪਰੇਟ ਜਿਹੜੇ ਕੰਪੋਨੈਂਟ ਹੈਗੇ ਆ ਉਹ ਡਿਵਾਈਡ ਕਰਾਂਗੇ ਮੋਮੈਂਟਮ ਦੇ ਲਈ। ਹੁਣ ਕੰਪੋਨੈਂਟ ਹੈਗਾ ਜਿਹੜਾ ਮੋਮੈਂਟਮ ਦਾ ਬੋਡੀ A ਆਫਟਰ ਕੋਲੀਜ਼ਨ ਅਲੋਂਗ ਐਕਸ ਐਕਸਿਸ। ਇਹ ਵਾਲਾ ਜਿਹੜਾ ਕੰਪੋਨੈਂਟ ਹੈ ਉਸਨੂੰ ਆਪਾਂ ਐਕਸ ਐਕਸਿਸ ਦੇ ਅਲੋਂਗ ਅਤੇ ਵਾਈ ਐਕਸਿਸ ਦੇ ਅਲੋਂਗ ਦੋਨੋਂ ਐਕਸਿਸ ਦੇ ਅਲੋਂਗ ਕੰਪੋਨੈਂਟ ਨੂੰ ਡਿਵਾਈਡ ਕਰਾਂਗੇ। ਐਕਸ ਐਕਸਿਸ ਦੇ ਅਲੋਂਗ ਆ ਰਿਹਾ A ਬੋਡੀ ਦੇ ਲਈ m1 v1 ਇੰਟੂ ਕੋਸ ਆਫ ਥੀਟਾ, B ਬੋਡੀ ਦੇ ਲਈ ਹੈਗਾ m2 v2 cos ਫਾਈ। ਠੀਕ ਹੈ, ਅਗਰ ਐਕਸ ਐਕਸਿਸ ਦੇ ਅਲੋਂਗ ਹੁਣ ਆਪਣੇ ਕੋਲ ਦੋ ਕੈਲਕੂਲੇਟ ਕੀਤੀਆਂ ਕੋਲੀਜ਼ਨ ਤੋਂ ਬਾਅਦ। ਕੋਲੀਜ਼ਨ ਤੋਂ ਪਹਿਲਾਂ ਮੋਮੈਂਟਮ ਹੈਗੀ ਹੈ m1 u1 ਪਲੱਸ m2 u2। ਦੈਨ law of conservation of momentum along x axis m1 u1 plus m2 u2 is equals to m1 v1 cos theta plus m2 v2 cos phi। ਹੁਣ ਤੁਹਾਡੇ ਕੋਲੇ y axis ਦੇ ਅਲੋਂਗ ਕੰਪੋਨੈਂਟ ਨੂੰ ਲਿਖਾਂਗੇ m1 v1 sin theta ਅਤੇ m2 v2 sin phi। ਇਹ ਵਾਲੀ ਐਕਸਿਸ ਦੇ ਅਲੋਂਗ ਅਗਰ ਆਪਾਂ ਇਹ ਵਾਲੀ ਐਕਸਿਸ ਨੂੰ ਆਪਾਂ ਇਸੇ ਐਕਸਿਸ ਦੇ ਅਲੋਂਗ ਲਿਖੀਏ ਦੈਨ ਆ ਜਾਏਗਾ ਮਾਈਨਸ m2 v2 sin phi। ਵਾਈ ਐਕਸਿਸ ਦੇ ਅਲੋਂਗ ਕੋਲੀਜ਼ਨ ਤੋਂ ਪਹਿਲਾਂ ਮੋਮੈਂਟਮ ਸੀ 0, ਇਸ ਲਈ 0 ਇਜ਼ ਇਕਵਲਸ ਟੂ m1 v1 sin theta ਇਜ਼ ਪਲੱਸ ਮਾਈਨਸ m2 v2 sin phi। ਇਸ ਇਕੁਏਸ਼ਨ ਤੋਂ m1 v1 sin theta ਇਜ਼ ਇਕਵਲਸ ਟੂ m2 v2 sin theta। ਇਹ ਵਾਲੀ ਜਿਹੜੀ ਇਕੁਏਸ਼ਨ ਕੀਤੀ ਆਪਾਂ ਹੈਗੀ ਹੈ ਐਕਸ ਐਕਸਿਸ ਦੇ ਅਲੋਂਗ ਅਤੇ ਵਾਈ ਐਕਸਿਸ ਦੇ ਅਲੋਂਗ ਅਤੇ ਇਹ ਵਾਲੀ ਕਿਨੈਟਿਕ ਐਨਰਜੀ। ਇਹਨਾਂ ਤਿੰਨਾਂ ਦੇ ਵਿੱਚੋਂ b1 b2 ਥੀਟਾ ਔਰ ਫਾਈ ਦੀ ਜਿਹੜੀਆਂ ਵੈਲਿਊਜ਼ ਹੈਗੀਆਂ ਚਾਰ ਪੈਰਾਮੀਟਰ ਦੀ ਆਪਾਂ ਵੈਲਿਊਜ਼ ਕੈਲਕੂਲੇਟ ਕਰਾਂਗੇ। ਠੀਕ ਹੈ, ਹੁਣ ਉਸ ਤੋਂ ਬਾਅਦ ਹੈਗੇ ਸਪੈਸ਼ਲ ਕੇਸ। ਸਪੈਸ਼ਲ ਕੇਸ ਦੇ ਵਿੱਚ ਕੀ ਹੈ, ਅਗਰ ਤੁਹਾਡੇ ਕੋਲੇ B ਬੋਡੀ ਹੈਗੀ ਹੈ ਰੈਸਟ ਪੋਜੀਸ਼ਨ 'ਤੇ ਮੀਨਸ u2 ਹੈਗੀ ਹੈ 0 ਅਤੇ ਅਗਰ ਦੋਨੋਂ ਕੋਲਾਈਡਿੰਗ ਬੋਡੀਜ਼ ਦਾ ਮਾਸ ਇਕੁਅਲ ਹੈ ਦੈਨ m1 m2 ਇਜ਼ ਇਕਵਲਸ ਟੂ m। ਇਸ ਇਕੁਏਸ਼ਨ ਇਹ ਜਿਹੜੀਆਂ ਇਕੁਏਸ਼ਨ ਕੀਤੀਆਂ 1.35 ਇਹ ਵਾਲੀ ਐਕਸ ਐਕਸਿਸ ਦੇ ਅਲੋਂਗ ਵਾਈ ਐਕਸ, ਇਹਨਾਂ ਤਿੰਨਾਂ ਦੇ ਵਿੱਚ ਵੈਲਿਊ ਸੈੱਟ ਕਰਾਂਗੇ u2 ਇਜ਼ ਇਕਵਲਸ ਟੂ 0, m1 m2 ਇਜ਼ ਇਕਵਲਸ ਟੂ m। ਦੈਨ ਇਕੁਏਸ਼ਨਸ ਆ ਜਾਏਗੀ u1 ਸਕੇਅਰ ਇਜ਼ ਇਕਵਲਸ ਟੂ v1 ਸਕੇਅਰ ਪਲੱਸ v2 ਸਕੇਅਰ। ਸੈਕਿੰਡ ਇਕੁਏਸ਼ਨ ਹੈ u1 ਇਜ਼ ਇਕਵਲਸ ਟੂ v1 cos ਥੀਟਾ ਪਲੱਸ v2 cos ਫਾਈ ਅਤੇ ਥਰਡ ਇਕੁਏਸ਼ਨ ਹੈਗੀ ਹੈ b1 sin ਥੀਟਾ ਇਜ਼ ਇਕਵਲਸ ਟੂ v2 sin ਫਾਈ। ਇਹ ਤਿੰਨੇ ਇਕੁਏਸ਼ਨ ਨੂੰ ਰੀਅਰੇਂਜ ਕਰਕੇ ਲਿਖ ਸਕਦੇ ਹਾਂ u1 ਸਕੇਅਰ ਮਾਈਨਸ v1 ਸਕੇਅਰ ਇਜ਼ ਇਕਵਲਸ ਟੂ v2 ਸਕੇਅਰ। ਸੈਕਿੰਡ ਇਕੁਏਸ਼ਨ ਦੇ ਵਿੱਚ u1 ਮਾਈਨਸ v1 cos ਥੀਟਾ ਇਜ਼ ਇਕਵਲਸ ਟੂ v2 cos ਫਾਈ। ਥਰਡ ਇਕੁਏਸ਼ਨ ਹੈਗੀ ਹੈ v1 sin ਥੀਟਾ ਇਜ਼ ਇਕਵਲਸ ਟੂ v2 sin ਫਾਈ। ਇਹ ਵਾਲੀ ਜਿਹੜੀ ਇਕੁਏਸ਼ਨ ਹੈਗੀ ਹੈ 39, ਇਹ ਵਾਲੀ ਇਕੁਏਸ਼ਨ ਅਤੇ ਇਹ ਵਾਲੀ ਦੋਨੋਂ cos ਫਾਈ ਅਤੇ sin ਫਾਈ ਵਾਲੀ ਇਕੁਏਸ਼ਨ ਨੂੰ ਸਕੇਅਰਿੰਗ ਕਰਕੇ ਐਡ ਕਰਾਂਗੇ। ਦੈਨ u1 ਸਕੇਅਰ ਮਾਈਨਸ v1 cos ਥੀਟਾ ਦੀ ਹੋਲ ਸਕੇਅਰ ਪਲੱਸ v1 sin ਸਕੇਅਰ ਥੀਟਾ plus v2
cos square phi plus v2 sin square phi। ਇੱਥੇ ਆਪਾਂ ਫਾਰਮੂਲਾ ਓਪਨ ਕਰਾਂਗੇ a ਮਾਈਨਸ b ਦੀ ਹੋਲ ਸਕੇਅਰ ਦਾ। ਦੈਨ ਆ ਜਾਏਗਾ u1 ਸਕੇਅਰ ਪਲਸ v1 ਸਕੇਅਰ cos ਸਕੇਅਰ ਥੀਟਾ ਮਾਈਨਸ 2 u1 v1 cos ਥੀਟਾ plus v1 square sin square theta is equals to v2 square cos square phi plus v2 square sin square phi। ਇਹ ਵਾਲੀ ਇਕੁਏਸ਼ਨ ਦੇ ਵਿੱਚੋਂ v1 square ਆਹ ਵਾਲੀ ਟਰਮ ਤੇ ਆਹ ਵਾਲੀ ਟਰਮ ਦੇ ਵਿੱਚੋਂ ਕੌਂਸਟੈਂਟ ਹੈ। ਦੈਨ u1 square plus v1 square into cos square theta plus sin square theta minus 2 u1 v1 cos theta is equals to ਇਸ ਦੇ ਵਿੱਚੋਂ v2 ਕਾਮਨ ਕਰਾਂਗੇ v2 square is equals to v2 square into cos square phi plus sin square phi। then equation cos square theta plus sin square theta ਨੂੰ ਆਪਾਂ 1 ਲਿਖ ਸਕਦੇ ਹਾਂ। then u1 square plus v1 square minus 2 u1 v1 cos theta is equals to v2 square। ਫਸਟ ਇਕੁਏਸ਼ਨ a ਵਾਲੀ, ਠੀਕ ਹੈ, ਆਹ ਵਾਲੀ ਇਕੁਏਸ਼ਨ ਤੇ a ਵਾਲੀ ਇਕੁਏਸ਼ਨ ਦੇ ਨਾਲ b2 ਦੀ ਜਿਹੜੀ ਵੈਲਿਊ ਹੈ ਉਹ ਸਬਸਟੀਟਿਊਟ ਕਰਾਂਗੇ। ਇੱਥੇ v2 ਦੀ ਵੈਲਿਊ u1 ਸਕੇਅਰ ਮਾਈਨਸ v1 ਸਕੇਅਰ ਹੈ, ਇੱਥੇ ਸਬਸਟੀਟਿਊਟ ਕਰਾਂਗੇ ਇਸ ਦੇ ਵਿੱਚ। ਦੈਨ v1 ਇਜ਼ ਇਕਵਲਸ ਟੂ u1 cos ਥੀਟਾ ਦੀ ਵੈਲਿਊ ਆ ਜਾਏਗੀ। ਇਹ ਵਾਲੀ ਜਿਹੜੀ v1 ਹੈ ਇਸ ਦੀ ਵੈਲਿਊ ਅਗੇਨ ਇਸ ਦੇ ਵਿੱਚ ਪੁੱਟ ਕਰਾਂਗੇ। ਦੈਨ u1 ਸਕੇਅਰ ਮਾਈਨਸ v1 cos ਸਕੇਅਰ ਥੀਟਾ ਇਜ਼ ਇਕਵਲਸ ਟੂ v2 ਸਕੇਅਰ। ਦੈਨ v2 ਸਕੇਅਰ ਦੀ ਵੈਲਿਊ ਆ ਜਾਏਗੀ u1 ਸਕੇਅਰ ਕਾਮਨ 1 ਮਾਈਨਸ cos ਸਕੇਅਰ ਥੀਟਾ ਇੰਟੂ ਇਜ਼ ਇਕਵਲਸ ਟੂ u1 ਸਕੇਅਰ 1 ਮਾਈਨਸ cos ਸਕੇਅਰ ਥੀਟਾ ਨੂੰ ਲਿਖਾਂਗੇ sin ਸਕੇਅਰ ਥੀਟਾ। then v2 is equals to u1 sin theta। ਇਹ ਵਾਲੀ ਜਿਹੜੀ ਵੈਲਿਊ ਹੈਗੀ ਹੈ v2 ਦੀ ਇਹ ਵਾਲੀ ਇਕੁਏਸ਼ਨ ਦੇ ਵਿੱਚ ਪੁੱਟ ਕਰਾਂਗੇ v1 ਤੇ v2 ਦੀ, v1 ਦੀ ਪੁੱਟ ਕਰਨੀ ਹੈ ਐਂਡ v2 ਦੀ। then ਥੀਟਾ ਪਲਸ phi is equals to ਆ ਜਾਏਗਾ 90 ਡਿਗਰੀ। ਹੁਣ v1 ਦੀ ਵੈਲਿਊ ਕੈਲਕੂਲੇਟ ਕੀਤੀ, v2 ਦੀ ਵੈਲਿਊ ਕੈਲਕੂਲੇਟ ਕੀਤੀ ਤੇ ਥੀਟਾ ਤੇ phi ਦੀ ਵੈਲਿਊ ਕੈਲਕੂਲੇਟ ਕੀਤੀ। ਤਿੰਨੋਂ ਆਪਾਂ ਜਿਹੜੇ ਚਾਰੇ ਪੈਰਾਮੀਟਰਸ ਹੈ ਉਹ ਕੈਲਕੂਲੇਟ ਕੀਤੀ ਉਹਨਾਂ ਦੀ ਵੈਲਿਊਜ਼। ਤੇ ਇਹ ਵਾਲੀ ਇਕੁਏਸ਼ਨ ਤੋਂ ਕੀ ਪ੍ਰੂਵ ਹੋ ਰਿਹਾ, ਦੋਨੋਂ ਬੋਡੀਜ਼ ਆਫਟਰ ਕੋਲੀਜ਼ਨ ਦੋਨੋਂ ਮੂਵ ਕਰ ਰਹੀ ਹੈ ਇੱਕ ਦੂਜੇ ਦੇ ਰਾਈਟ ਐਂਗਲ, ਦੋਨੋਂ ਰਾਈਟ ਐਂਗਲ ਦੇ ਉੱਪਰ 90 ਡਿਗਰੀ ਦੇ ਉੱਪਰ ਮੂਵ ਕਰਨੀਆਂ ਦੋਨੋਂ ਬੋਡੀਜ਼ ਆਫਟਰ ਦਾ ਕੋਲੀਜ਼ਨ। ਨੈਕਸਟ ਹੈਗੀ ਇਨਇਲਾਸਟਿਕ ਕੋਲੀਜ਼ਨ ਐਂਡ ਕੋਐਫੀਸ਼ੀਐਂਟ ਆਫ ਰੈਸਟੀਟਿਊਸ਼ਨ। ਵੈਲੋਸਿਟੀ ਆਫ ਅਪਰੋਚ ਕੀਤਾ ਸੀ u1 ਮਾਈਨਸ u2 ਤੇ ਵੈਲੋਸਿਟੀ ਆਫ ਸੈਪਰੇਸ਼ਨ ਹੈਗਾ v2 ਮਾਈਨਸ v1। ਹੁਣ ਇਲਾਸਟਿਕ ਕੋਲੀਜ਼ਨ ਦੇ ਵਿੱਚ ਮੋਮੈਂਟਮ ਹੈਗਾ ਜਿਹੜਾ ਬੋਡੀਜ਼ ਆ ਉਹ ਕੌਨਸਟੈਂਟ ਰਹੇਗਾ, ਬਟ ਕਿਨੈਟਿਕ ਐਨਰਜੀ ਇਜ਼ ਨੋਟ ਕੌਨਸਟੈਂਟ, ਉਹ ਕੁਛ ਨਾ ਕੁਛ ਪਾਰਟ ਉਸਦਾ ਲਾਸ ਹੋਏਗਾ। ਦੈਨ m1 u1 ਪਲਸ m2 u2 ਇਜ਼ ਇਕਵਲ ਟੂ m1 v1 ਪਲਸ m2 v2। ਕਿਨੈਟਿਕ ਐਨਰਜੀ ਨੂੰ ਲਿਖਾਂਗੇ ਹਾਫ m1 v1 ਸਕੇਅਰ ਪਲਸ 1/2 m2 v2 ਸਕੇਅਰ ਲੈਸ ਦੈਨ ਹੋਏਗਾ 1/2 m1 u1 ਸਕੇਅਰ ਪਲਸ 1/2 m2 u2 ਦੀ ਸਕੇਅਰ ਦੇ। ਇਹਨਾਂ ਇਕੁਏਸ਼ਨ ਨੂੰ ਰੀਅਰੇਂਜ ਕਰਕੇ ਲਿਖ ਸਕਦੇ ਹਾਂ m2 ਇੰਟੂ v2 ਮਾਈਨਸ u2 ਇਜ਼ ਇਕਵਲ ਟੂ m1 ਇੰਟੂ u1 ਮਾਈਨਸ v1 ਅਤੇ ਸੈਕਿੰਡ ਇਕੁਏਸ਼ਨ ਲਿਖਾਂਗੇ m2 ਇੰਟੂ v2 ਸਕੇਅਰ ਮਾਈਨਸ u2 ਸਕੇਅਰ ਲੈਸ ਦੈਨ ਹੋਏਗਾ m1 ਇੰਟੂ u1 ਸਕੇਅਰ ਮਾਈਨਸ v1 ਸਕੇਅਰ ਦੀ। ਦੋਨੋਂ ਇਕੁਏਸ਼ਨ ਨੂੰ ਡਿਵਾਈਡ ਕਰਾਂਗੇ। ਦੈਨ v2 ਮਾਈਨਸ v1 ਲੈਸ ਦੈਨ ਹੋਏਗਾ u1 ਮਾਈਨਸ u2 ਦੇ ਨਾਲ। ਇਨਇਲਾਸਟਿਕ ਕੋਲੀਜ਼ਨ ਦੇ ਵਿੱਚ ਵੈਲੋਸਿਟੀ ਆਫ ਸੈਪਰੇਸ਼ਨ ਹੈਗਾ ਜਿਹੜਾ ਆਲਵੇਜ਼ ਲੈਸ ਹੋਏਗਾ ਵੈਲੋਸਿਟੀ ਆਫ ਅਪਰੋਚ ਦੇ ਨਾਲ। ਅਤੇ ਕੋਐਫੀਸ਼ੀਐਂਟ ਆਫ ਰੈਸਟੀਟਿਊਸ਼ਨ ਕੀ ਹੈਗਾ ਉਸ ਨੂੰ ਡਿਨੋਟ ਕਰਾਂਗੇ e ਦੇ ਨਾਲ। ਉਹ ਤੁਹਾਡੇ ਕੋਲ ਹੈਗਾ ਰੇਸ਼ੀਓ ਆਫ ਦਾ ਵੈਲੋਸਿਟੀ ਆਫ ਸੈਪਰੇਸ਼ਨ ਟੂ ਦਾ ਵੈਲੋਸਿਟੀ ਆਫ ਅਪਰੋਚ ਆਫ ਦਾ ਕੋਲਾਈਡਿੰਗ ਬੋਡੀਜ਼। e ਇਜ਼ ਇਕਵਲ ਟੂ v2 ਮਾਈਨਸ v1 ਅਪੋਨ u1 ਮਾਈਨਸ u2। ਇਸ ਦੇ ਲਈ ਇਲਾਸਟਿਕ ਕੋਲੀਜ਼ਨ ਦੇ ਲਈ e ਦੀ ਵੈਲਿਊ ਨੂੰ 1 ਪੁੱਟ ਕਰਾਂਗੇ। ਦੈਨ v2 ਮਾਈਨਸ v1 ਇਕੁਅਲ ਆ ਜਾਏਗਾ u1 ਮਾਈਨਸ u2 ਦੇ। ਵੈਲੋਸਿਟੀ ਆਫ ਸੈਪਰੇਸ਼ਨ ਨੂੰ ਇਕੁਅਲ ਹੋਏਗਾ ਵੈਲੋਸਿਟੀ ਆਫ ਅਪਰੋਚ ਦੇ। ਇਨਇਲਾਸਟਿਕ ਕੋਲੀਜ਼ਨ ਦੇ ਲਈ e ਦੀ ਵੈਲਿਊ 0 ਤੋਂ ਲੈ ਕੇ 1 ਤੱਕ ਲਾਈ ਕਰੇਗੀ। ਪਰਫੈਕਟਲੀ ਇਨਇਲਾਸਟਿਕ ਕੋਲੀਜ਼ਨ ਦੇ ਲਈ e ਦੀ ਵੈਲਿਊ ਨੂੰ 0 ਪੁੱਟ ਕਰਾਂਗੇ। ਦੈਨ v2 ਇਜ਼ ਇਕਵਲ ਟੂ ਆਏਗਾ v1 ਦੇ। ਮੀਨਸ ਦੋ ਬੋਡੀਜ਼ ਹੈਗੀਆਂ ਜਿਹੜੀਆਂ ਮੂਵ ਕਰ ਰਹੀਆਂ ਕਾਮਨ ਵੈਲੋਸਿਟੀ ਦੇ ਨਾਲ ਇਨ ਪਰਫੈਕਟਲੀ ਇਨਇਲਾਸਟਿਕ ਕੋਲੀਜ਼ਨ ਦੇ ਲਈ।